ਤੁਸੀਂ ਵੇਖ ਰਹੇ ਹੋ BBC ਪੰਜਾਬ TV। ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਯੂਨੀਅਨ ਵੱਲੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਪੰਜਾਬ ਸਰਕਾਰ ਵੱਲੋਂ ਨਾ ਮੰਨਣ ਤੇ ਹਰ ਜ਼ਿਲ੍ਹੇ ਵਿੱਚ ਕੰਮ ਬੰਦ ਕਰਕੇ ਅਣਮਿੱਥੇ ਸਮੇਂ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਜਿਵੇਂ ਕਿ ਆਪ ਨੂੰ ਸਭ ਨੂੰ ਪਤਾ ਹੀ ਹੈ ਕਿ ਕਰੋਨਾ ਵਰਗੀ ਭਿਆਨਕ ਬਿਮਾਰੀ ਦਾ ਪੱਧਰ ਸੰਸਾਰ ਭਰ ਵਿੱਚ ਫੈਲ ਚੁੱਕਿਆ ਹੈ, ਜਿਸ ਨੂੰ ਦੇਖਦਿਆਂ ਵੱਖ-ਵੱਖ ਸਰਕਾਰਾਂ ਵੱਲੋਂ ਲਾਕਡਾਊਨ ਦੇ ਨਾਲ ਕਰਫਿਊ ਵੀ ਲਗਾਇਆ ਜਾ ਰਿਹਾ ਹੈ। ਤੋ ਇਸ ਦੇ ਰਿਗਾਰਡਿੰਗ ਅਸੀਂ ਅੱਜ ਖੜੇ ਹਾਂ ਸਿਵਲ ਹਸਪੀਟਲ ਦੇ ਵਿੱਚ ਫਿਰੋਜ਼ਪੁਰ, ਜਿੱਥੇ ਕਿ ਸਿਵਲ ਹਸਪਤਾਲ ਦੇ ਕਰਮਚਾਰੀਆਂ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਨੇ ਧਰਨਾ ਲਗਾਇਆ ਗਿਆ ਹੈ ਤੇ ਧਰਨੇ ਦੌਰਾਨ ਉਹ ਆਪਣੀਆਂ ਮੰਗਾਂ ਪ੍ਰਸ਼ਾਸਨ ਨੂੰ ਸੁਣਾਉਣ ਦੀ ਤਿਆਰੀ ਵਿੱਚ ਜੁਟੇ ਹੋਏ ਹਨ। ਤੇ ਉਸ ਦੇ ਰਿਗਾਰਡਿੰਗ ਹੀ ਇੱਥੇ ਔਟ ਸੈਂਟਰ ਹੈ ਜਿੱਥੇ ਨਸ਼ਾ ਛੁਡਾਓ ਵਾਲੀਆਂ ਦਵਾਈਆਂ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹਨ। ਤੇ ਆਓ ਅੱਜ ਆਪਾਂ ਲੋਕਾਂ ਦੇ ਮੂੰਹੋਂ ਹੀ ਸੁਣਦੇ ਹਾਂ ਕਿ ਉਹਨਾਂ ਨੂੰ ਇਸ ਧਰਨੇ ਦੇ ਰਿਗਾਰਡਿੰਗ ਕੀ ਲੋਸ ਹੋ ਰਿਹਾ। ਚਲੋ, ਕੀ ਨਾਮ ਕੀ ਹੈ? ਨਾ ਸਾਡੀ ਦੂਸ਼ਣ ਆਈ ਜਾਂ ਸਾਨੂੰ ਕੱਲ੍ਹ ਦੱਸ ਦਿੰਦੇ ਅਸੀਂ ਨਾ ਆਉਂਦੇ ਆ ਜੀ। ਸਵੇਰੇ 9 ਵਜੇ ਦੇ ਇੱਥੇ ਖੜੇ ਹੋਏ ਦਵਾਈ ਲੈਣ ਵਾਸਤੇ, ਆਪਦੇ ਧਰਨੇ 'ਤੇ ਬੈਠੇ ਆ ਜੀ। ਇੰਨੇ ਬੰਦੇ ਮਰ ਰਹੇ ਆ ਇੱਥੇ ਖੜੇ, ਇਹ ਦਵਾਈ ਨਹੀਂ ਦੇ ਰਹੇ ਜੀ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਇਹੀ ਕਹਿੰਦੇ ਕਿ ਸਾਨੂੰ ਦਵਾਈ ਖਵਾਈ ਜਾਏ ਜੀ। ਹੁਣ ਗੱਲ ਕਰਦੇ ਹਾਂ ਧਰਨਾਕਾਰੀਆਂ ਤੋਂ, ਪੁੱਛਦੇ ਹਾਂ ਕਿ ਉਹਨਾਂ ਨੇ ਕਿਹੜੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ। ਹਾਂਜੀ, ਨਾਮ ਕੀ ਹੈ ਜੀ ਆਪਣਾ? ਮੇਰਾ ਨਾਮ ਮੋਨਿਕਾ ਬੇਦੀ ਹੈ। ਅੱਜ ਦਾ ਜੋ ਧਰਨਾ ਕਿਸ ਰਿਗਾਰਡਿੰਗ ਲਗਾਇਆ ਗਿਆ? ਸਰ, ਸਾਡਾ ਜਿਹੜਾ ਧਰਨਾ ਹੈ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਹੈ। ਸਾਡੇ ਹੈੱਡ ਆਫਿਸ ਵੱਲ ਵੀ ਧਰਨੇ 'ਤੇ ਬੈਠੇ ਆ, ਅਸੀਂ ਸਾਰੇ ਪੰਜਾਬ ਲੈਵਲ 'ਤੇ ਸਾਰੇ ਧਰਨੇ 'ਤੇ ਬੈਠੇ ਹਾਂ। ਇਹ ਇੱਥੇ ਰਿਗਾਰਡਿੰਗ ਹੈ ਕਿ ਬੜੇ ਸਾਲਾਂ ਤੋਂ ਅਸੀਂ ਪੱਕੇ ਹੋਣ ਦੀ ਮੰਗ ਪਾ ਰਹੇ ਹਾਂ ਸਰਕਾਰ ਤੋਂ, ਪਰ ਕੁਝ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ। ਪੱਕੇ ਦਾ ਕੀ ਕਰਨਾ ਸੀ? ਸਾਡੇ NRHM ਦੇ ਕੁਝ ਸਾਥੀਆਂ ਨੂੰ 18% ਇੰਕਰੀਮੈਂਟ ਦੇ ਦਿੱਤਾ ਗਿਆ, ਜਦਕਿ ਉਹ ਵੀ ਜਿੰਨੇ ਬਰਾਬਰ ਰਿਸਕ ਜ਼ੋਨ 'ਚ ਉਹ ਕੰਮ ਕਰ ਰਹੇ ਉਹਨੇ ਬਰਾਬਰ ਰਿਸਕ ਜ਼ੋਨ 'ਚ ਅਸੀਂ ਕੰਮ ਕਰ ਰਹੇ ਹਾਂ, ਪਰ ਸਾਡੀ ਕੋਈ ਸੁਣਵਾਈ ਨਹੀਂ। ਹਰ ਵਾਰੀ ਸਾਡੇ ਨਾਲ ਕਹਾਣੀ ਵੰਡ ਹੋ ਜਾਂਦੀ ਹੈ ਕਿ ਹਾਂ, ਨਾ ਤਾਂ ਅਸੀਂ NRHM ਦੇ ਅੰਡਰ ਜਦੋਂ ਕੰਮ ਲੈਣਾ ਅਸੀਂ NRHM ਦੇ ਅੰਡਰ ਹੈ, ਜਦੋਂ ਤਨਖਾਹਾਂ ਦੇਣੀਆਂ ਉਦੋਂ ਸਾਡਾ ਕੋਈ ਵੀ ਵਾਲੀ ਵਾਰਸ ਨਹੀਂ ਹੈ। ਇਹ ਕਿਉਂ ਕਰਦੇ ਪਏ ਨੇ? ਨਾ ਤਾਂ ਸਾਨੂੰ ਹੈਲਥ ਇੰਸ਼ੋਰੈਂਸ ਕਵਰ ਦਿੱਤਾ ਜਾ ਰਿਹਾ, ਕਿਉਂਕਿ ਸਾਡੇ ਕਾਫੀ ਸਾਥੀ ਜਿਹੜੇ ਹੈਗੇ ਕਾਉਂਸਲਰ ਹੈ, LT ਹੈ, ਫਰੰਟ ਲੈਵਲ 'ਤੇ ਫਰੰਟ ਲਾਈਨ 'ਤੇ ਆ ਕੇ ਕੋਵਿਡ ਦੀ ਟੈਸਟਿੰਗ ਕਰ ਰਹੇ ਆ। ਕੋਵਿਡ ਪੇਸ਼ੈਂਟ ਜਿਹੜੇ ਪੋਜ਼ੀਟਿਵ ਉਹਨਾਂ ਦੀ ਕਾਉਂਸਲਿੰਗ ਕਰ ਰਹੇ ਆ, ਉਹਨਾਂ ਦਾ ਮਨੋਬਲ बढ़ाਉਂਦੇ ਪਏ ਨੇ, ਪਰ ਸਾਡੇ ਕੰਮ ਨੂੰ ਅਣਦੇਖਾ ਕਰੀ ਜਾ ਰਹੇ ਆ। ਅਸੀਂ ਇੰਨੇ ਔਖੇ ਸਮੇਂ ਦੇ ਵਿੱਚ ਸਟ੍ਰਾਈਕ ਕਰਨਾ ਨਹੀਂ ਚਾਹੁੰਦੇ ਸੀ, ਪਰ ਮਜਬੂਰ ਹੋ ਕੇ ਇਹ ਸਾਰਾ ਕੁਝ ਸਾਨੂੰ ਕਰਨਾ ਪੈ ਰਿਹਾ। ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ? ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਕਿ ਸਾਨੂੰ ਪੱਕਿਆਂ ਕੀਤਾ ਜਾਵੇ, ਰੈਗੂਲਰ ਕੀਤਾ ਜਾਵੇ, ਔਰ ਸਾਡੀ ਜਿਹੜੀ ਹੈਗੀ ਹੈ 18% ਇੰਕਰੀਮੈਂਟ ਜਿਹੜਾ NRHM ਸਟਾਫ ਨੂੰ ਲਾਇਆ ਗਿਆ ਉਹ ਵੀ ਸਾਨੂੰ ਸੇਮ ਦਿੱਤਾ ਜਾਵੇ। ਇਹ ਸੇਮ ਇੰਕਰੀਮੈਂਟ ਦੀ ਗੱਲ ਪਾਸੇ ਰਹਿ ਗਈ, ਪਰ ਇਹ ਇੱਕ ਬੰਦੇ ਨੂੰ ਸਾਨੂੰ ਇਨਫੀਰੀਟੀ ਕੰਪਲੈਕਸ ਫੀਲ ਹੁੰਦਾ ਕਿ ਸਾਨੂੰ ਆਪਣੇ ਆਪ ਨੂੰ ਅਸੀਂ ਲੋ ਫੀਲ ਕਰਦੇ ਹਾਂ ਕਿ ਸਾਡੇ ਨਾਲ ਇਹ ਹਮੇਸ਼ਾ ਇਹ ਕਿਉਂ ਵਤੀਰਾ ਵਰਤਿਆ ਜਾਂਦਾ ਸਰਕਾਰ ਵੱਲੋਂ ਕਿ ਅਸੀਂ ਕਿਸੇ ਵੀ ਨਾ ਤਾਂ ਸਾਡੇ ਜਿੰਨਾ ਅਸੀਂ ਕੰਮ ਕਰਦੇ ਰਿਸਕ ਫੈਕਟਰ HIV ਦੇ ਪੇਸ਼ੈਂਟ ਬਹੁਤ ਜ਼ਿਆਦਾ ਰਿਸਕ ਫੈਕਟਰ 'ਚ ਹੁੰਦੇ ਆ, ਠੀਕ ਹੈ। ਔਰ ਹੁਣ ਕਰੋਨਾ ਦਾ ਕੰਮ ਕਰ ਰਿਹਾ ਤਾਂ ਵੀ ਸਾਡਾ ਕਿਤੇ ਵੀ ਨਾਮ ਨਹੀਂ ਹੈਗਾ, ਨਾ ਤਾਂ ਤਨਖਾਹਾਂ ਵਧਾਉਣ ਦੇ ਵਿੱਚ, ਨਾ ਲਾਈਫ ਰਿਸਕ ਕਵਰ ਦੇ ਵਿੱਚ, ਨਾ ਇੰਸ਼ੋਰੈਂਸ ਕਵਰ ਦੇ ਵਿੱਚ, ਤੇ ਨਾ ਹੀ ਰੈਗੂਲਰ ਕਰਨ ਦੀ ਕਿਸੇ ਪਾਲਿਸੀ ਤੇ ਕਿਸੇ ਮਹਿਕਮੇ ਸਾਡੀ ਡਿਸਕਸ਼ਨ ਹੁੰਦੀ ਨਹੀਂ। ਜੇ ਸਰਕਾਰ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਨੈਕਸਟ ਕੀ ਪ੍ਰੋਸੈਸ ਹੈ ਤੁਹਾਡਾ? ਅਸੀਂ ਅਣਮਿੱਥੇ ਸਮੇਂ ਲਈ ਸਟ੍ਰਾਈਕ 'ਤੇ ਜਾਵਾਂਗੇ, ਬਸ ਹੋਰ ਕੁਝ ਨਹੀਂ। ਇਹੀ ਕਰ ਸਕਦੇ ਹਾਂ ਜੋ ਸਰਕਾਰ ਅੱਗੇ ਅਸੀਂ, ਜੇ ਸਰਕਾਰ ਸਾਡੀ ਸਿੱਧੇ ਤਰੀਕੇ ਨਾਲ ਨਹੀਂ ਮੰਨਦੀ, ਗੁਜ਼ਾਰਿਸ਼ ਨਹੀਂ ਮੰਨਦੀ, ਪਹਿਲਾਂ ਤਾਂ ਰਿਕੁਐਸਟ ਹੀ ਅਸੀਂ ਕਰ ਰਹੇ ਹਾਂ, ਪਰ ਨਹੀਂ, ਉਹ ਮਜਬੂਰ ਕੀਤਾ ਜਾਂਦਾ ਪਿਆ ਸਾਨੂੰ ਧਰਨੇ ਲਈ, ਤੇ ਫਿਰ ਤਾਂ ਅਸੀਂ ਅਣਮਿੱਥੇ ਸਮੇਂ ਲਈ ਜਾਵਾਂਗੇ। ਅਦਰਵਾਈਜ਼ ਜੇ ਸਾਡੀਆਂ ਮੰਗਾਂ ਥੋੜ੍ਹੀਆਂ ਜਿਹੀਆਂ ਮੰਗਾਂ ਮੰਨ ਲੈਂਦੇ, ਅਸੀਂ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਦਿਲੋਂ ਅਸੀਂ ਕੰਮ ਕਰ ਰਹੇ ਸੀ। ਜਿੰਨੇ ਮਰਜ਼ੀ ਸਾਨੂੰ ਰਿਸਕ ਫੈਕਟਰ 'ਚ ਕੰਮ ਕਰਨਾ ਪੈਂਦਾ, ਅਸੀਂ ਪੇਸ਼ੈਂਟ ਦੀ ਜਿਹੜੀ ਹੈ ਦਿਲੋਂ ਅਸੀਂ ਕੇਅਰ ਕਰਨੀ ਸੀ, ਉਹਨਾਂ ਨੂੰ ਦਿਲੋਂ ਕੰਮ ਕਰਨਾ ਸੀ। ਮੇਰਾ ਨਾਮ ਮੋਨਿਕਾ ਬੇਦੀ ਹੈ। ਹਾਂ, ਕੀ ਰੋਲਾ ਹੈਗਾ ਸਾਡਾ ਰੋਲਾ ਹੈ ਕਿ ਅਸੀਂ ਡਿਮਾਂਡ ਕੀਤੀਆਂ ਸੀ ਆਪਣੇ ਹੈੱਡ ਆਫਿਸ ਨੂੰ, DC ਸਾਹਿਬ ਨੂੰ ਵੀ ਔਰ ਆਪਣੇ SMO ਸਾਹਿਬ ਨੂੰ ਵੀ ਕਿ NRHM ਦੀ ਜਿਹੜਾ ਇੰਕਰੀਮੈਂਟ ਲਗਾਇਆ ਗਿਆ 18% ਇੰਕਰੀਮੈਂਟ ਲਗਾਇਆ ਗਿਆ ਉਹ ਸਾਨੂੰ ਵੀ ਦਿੱਤਾ ਜਾਵੇ। ਅਸੀਂ ਵੀ ਉਹਨੇ ਰਿਸਕ ਫੈਕਟਰ ਰਿਸਕ ਜ਼ੋਨ ਦੇ ਵਿੱਚ ਕੰਮ ਕਰ ਰਹੇ ਹਾਂ, ਪਰ ਕੋਈ ਵੀ ਸੁਣਵਾਈ ਨਹੀਂ ਹੋਈ। ਨਾ ਹੀ ਸਾਡੀ ਮੰਗ ਰੈਗੂਲਾਈਜੇਸ਼ਨ ਦੀ, ਨਾ ਹੀ ਸਾਨੂੰ ਕੋਈ ਸਿਹਤ ਬੀਮਾ ਯੋਜਨਾ ਜਿਹੜਾ ਹੈਗਾ ਪਾਲਿਸੀ, ਇੰਸ਼ੋਰੈਂਸ ਪਾਲਿਸੀ ਦਿੱਤੀ ਗਈ ਹੈ, ਲਾਈਫ ਕਵਰ, ਇੰਸ਼ੋਰੈਂਸ ਕਵਰ ਦਿੱਤਾ ਗਿਆ, ਕੋਈ ਵੀ ਸਾਨੂੰ ਫੈਸਿਲਿਟੀ ਨਹੀਂ ਦਿੱਤੀ ਜਾਂਦੀ। ਜਦੋਂ ਕੰਮ ਲੈਣਾ ਹੁੰਦਾ ਉਦੋਂ ਅਸੀਂ NRHM ਦੇ EMPLOYE ਹੋ ਜਾਂਦੇ ਹਾਂ, ਜਦੋਂ ਕੰਮ ਨਿਕਲ ਜਾਂਦਾ ਹੈ, ਸੈਲਰੀਆਂ ਦੀ ਵਾਰੀ ਆਉਂਦੀ ਹੈ, ਨਾ ਤਾਂ ਸਾਨੂੰ ਸਟੇਟ ਪੁੱਛਦਾ, ਨਾ ਸਾਨੂੰ ਸੈਂਟਰ ਪੁੱਛਦਾ, ਔਰ ਨਾ ਹੀ ਸਾਡਾ NRHM ਦਾ ਕੋਈ ਹੈਗਾ ਕਿ ਪੁੱਛ ਲਵੇ ਸਾਨੂੰ ਆ ਕੇ। ਮੈਡਮ, ਤੁਸੀਂ ਧਰਨਾ ਲਾਇਆ ਕਿ ਕਿਸ ਬੇਸ 'ਤੇ ਮੈਂ ਹੁਣ ਲਾਇਆ ਧਰਨਾ? ਅਸੀਂ ਇਸ ਬੇਸ 'ਤੇ ਲਾਇਆ ਹੈ ਕਿ ਇਹੀ ਹੈ ਕਿ ਅਸੀਂ ਬੜੀ ਦੇਰ ਤੋਂ ਚੁੱਪ ਕਰਕੇ ਬੈਠੇ ਸੀ, ਚੁੱਪ ਚਲੋ ਟਾਈਮ ਮਾੜਾ ਚੱਲ ਰਿਹਾ। ਹੁਣ ਇਹ ਹੈ ਕਿ ਅਸੀਂ ਪਿਛਲੇ ਸਾਲ 2019 9 ਸਤੰਬਰ ਨੂੰ 2019 ਨੂੰ ਅਸੀਂ ਧਰਨਾ ਲਾਇਆ ਸੀਗਾ ਕਿ ਸਾਡਾ ਕਮ ਸੇ ਕਮ ਇੱਕ ਇੰਕਰੀਮੈਂਟ ਦੇ ਦਿੱਤਾ ਜਾਵੇ। ਡਾਕਟਰਸ ਦੀ ਸੈਲਰੀ ਵਧਾਤੀ, ਸਾਰੇ ਸਟਾਫ ਦੀ ਸੈਲਰੀ, ਪਰ ਸਾਡਾ ਜਿਹੜੇ PSEC ਦੇ
ਸਾਡੇ ਲੈਬ ਟੈਕਨੀਸ਼ੀਅਨ ਹੈ, ਸਟਾਫ ਨਰਸਿਸ ਹੈ, ਪੈਰਾਮੈਡੀਕਲ ਸਟਾਫ ਹੈ, ਉਹਨਾਂ ਦੀ ਕੋਈ ਸੈਲਰੀ ਤੇ ਇੰਕਰੀਮੈਂਟ ਨਹੀਂ ਲਗਾਇਆ ਗਿਆ। ਉਸ ਦੇ ਉਹੀ ਮੰਗ ਚੱਲੀ ਆ ਰਹੀ ਹੈ, ਪੂਰਾ ਸਾਲ ਹੋ ਗਿਆ। ਹੁਣ ਫਿਰ ਸਰਕਾਰ ਨੇ ਇਨਜਸਟਿਸ ਕਾਨੀ ਵੰਡ ਕਰ ਦਿੱਤੀ ਹੈ। NRHM ਨੂੰ ਇੰਕਰੀਮੈਂਟ ਦੇਤਾ 18%, ਔਰ ਸਾਡੀ ਫਿਰ ਪੀਸੈਕ ਵਾਲਿਆਂ ਦੀ ਕੋਈ ਸੁਣਵਾਈ ਨਹੀਂ ਹੈਗੀ। ਕੀ ਸਾਡੇ ਵਾਸਤੇ ਮਹਿੰਗਾਈ ਨਹੀਂ ਹੈਗੀ, ਜਾਂ ਅਸੀਂ ਕਰੋਨਾ ਵਿੱਚ ਕੰਮ ਨਹੀਂ ਕਰ ਰਹੇ, ਡਿਸਪੈਕਟਰ ਦੇ ਵਿੱਚ ਕੰਮ ਨਹੀਂ ਕਰ ਰਹੇ? ਅਸੀਂ ਸਰਕਾਰ ਨੂੰ ਜੇ ਅਸੀਂ ਪੂਰਾ ਤਨ ਮਨ ਨਾਲ ਅਸੀਂ ਪੂਰੀ ਸੇਵਾ ਦੇ ਰਹੇ ਹਾਂ, ਠੀਕ ਹੈ, ਅਸੀਂ ਕਿਸੇ ਇੱਥੋਂ ਭੱਜਦੇ ਨਹੀਂ ਪਏ ਕਿ ਅਸੀਂ ਇਸ ਡਿਪਾਰਟਮੈਂਟ 'ਚ ਕਰੋਨਾ ਦੇ ਟਾਈਮ 'ਤੇ ਅਸੀਂ ਕੰਮ ਨਹੀਂ ਕਰਨਾ। ਪੂਰਾ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਅਸੀਂ ਸਰਕਾਰ ਦੇ ਨਾਲ, ਕੰਮ ਕਰਾਂਗੇ ਅਸੀਂ ਸਿਹਤ ਡਿਪਾਰਟਮੈਂਟ ਦੇ ਵਿੱਚ। ਪਰ ਕਮ ਸੇ ਕਮ ਸਾਡਾ ਖਿਆਲ ਵੀ ਰੱਖਿਆ ਜਾਵੇ, ਜੇ ਸਾਡੇ ਕੋਲ ਕੰਮ ਲੈਣਾ ਪਰ ਸਾਡੀਆਂ ਤਨਖਾਹਾਂ ਦਾ ਧਿਆਨ ਰੱਖਿਆ ਜਾਵੇ ਕਿ ਕਿੰਨੇ ਰੋਸ ਦੇ ਵਿੱਚ, ਕਿੰਨੇ ਗੁੱਸੇ ਦੇ ਵਿੱਚ ਹੈ, ਕਿ ਕੋਈ ਵੀ ਸੁਣਵਾਈ ਨਹੀਂ ਹੈ ਟੋਟਲ। ਚੱਲ ਮੰਨ ਕੇ ਚੱਲੀਏ ਤਾਂ ਹੁਣ ਤੁਸੀਂ ਕੀ ਮੰਗ ਕਰ ਰਹੇ ਹੋ? ਅਸੀਂ ਇਹ ਮੰਗ ਕਰਦੇ ਕਿ ਪਹਿਲਾਂ ਤਾਂ ਰੈਗੂਲਰ ਕੀਤਾ ਜਾਵੇ ਤਾਂ ਕਿ ਸਾਡਾ ਵੀ ਕੋਈ ਲਾਈਫ ਦਾ ਹੋਵੇ, ਕਿ ਸਾਨੂੰ ਕਿ ਇੰਸ਼ੋਰੈਂਸ ਹੋਵੇ ਕਿ ਹਾਂ ਅੱਗੋਂ ਅਸੀਂ ਸੇਫ ਹਾਂ, ਫਾਈਨੈਂਸ਼ਲੀ ਸੇਫ ਹਾਂ। ਦੱਸੋ, ਕੋਈ 13,000 ਤੇ ਕੰਮ ਕਰ ਰਿਹਾ, ਕੋਈ 15,000 ਤੇ ਕੰਮ ਕਰ ਰਿਹਾ, ਕੋਈ 20,000 ਤੇ ਕੰਮ ਕਰ ਰਿਹਾ। ਹੁਣ ਇੱਥੇ ਸਾਰੇ ਪੇਸ਼ੈਂਟਸ OST ਵੱਲ ਲੈਣ ਵਾਲੇ ਵੀ ਖੜੇ ਆ। ਸਭ ਦੇ ਦਿਮਾਗ 'ਚ ਹੁੰਦਾ ਕਿ ਪਤਾ ਨਹੀਂ ਮੈਡਮਾਂ ਇੰਨੀਆਂ ਤਨਖਾਹਾਂ ਲੈਂਦੀਆਂ 60 ਤੋਂ 70,000 ਤੇ ਕੰਮ ਨਹੀਂ ਕਰਦੀਆਂ ਪਈਆਂ, ਹੜਤਾਲਾਂ ਤੇ ਬੈਠੀਆਂ ਨੇ। ਪਰ ਐਵੇਂ ਦਾ ਇਹਨਾਂ ਨੂੰ ਅਸਲੀਅਤ ਜਾ ਕੇ ਦੇਖੀਏ ਨਾ ਕਿ ਸਾਡੇ ਤੋਂ ਵੱਧ ਤੱਕ ਮਜ਼ਦੂਰ ਕਮਾ ਲੈਂਦਾ ਇੱਕ, ਕਿ ਡੇਲੀ ਦਾ ਅਸੀਂ ਖਰਚਾ ਕਿਵੇਂ ਪਰਿਵਾਰ ਦਾ ਪਾਲਣਾ ਚੱਲਣਾ ਹੈ। ਕਿਸੇ ਨੂੰ ਕੋਈ ਪਰਵਾਹ ਨਹੀਂ ਹੈ। ਕੋਈ ਤਾਂ ਡਿਪਾਰਟਮੈਂਟ, ਕੋਈ ਤਾਂ ਸਰਕਾਰ ਅੱਗੇ ਆਏ ਕਿ ਹਾਂ ਸਾਡੀ ਗੱਲ ਸੁਣ ਸਕੇ। ਜਿਵੇਂ हाँ जी सर, जो ये विभिन्न संस्थाओं द्वारा जो हड़ताल की गई है जिसके चलते कई तरह के कार्य प्रभावित हुए हैं, सर थोड़ी जानकारी देना जिसके बारे में जी। ये सिविल अस्पताल फिरोजपुर में मेरे को एक की यूनियन है, कोई इन्होंने कल मेरे को लिख के दिया है कि हमने स्ट्राइक पे जाना है जी। इसके बारे में मैंने सिविल सर्जन साहब को तुरंत इसकी सूचना भेज दी थी। तो आज पता चला कि हाँ ये फिर स्ट्राइक पे गए हैं। ये PSEX होती है हमारी, पंजाब एड्स कंट्रोल एम्प्लॉइज़ वेलफेयर एसोसिएशन, ये पंजाब स्टेट एड्स कंट्रोल सोसाइटी होती है, उसके रिलेटेड सारे ये स्टाफ मेंबर हैं जो कि ICTC एक काउंसलर होते हैं हमारे, उस पर काम करते हैं, एक STI होता है उस पर काम करते हैं। तो ICTC के 3 जने हैं, STI का 1 जना है, ART सेंटर भी जहाँ HIV की दवाई मिलती है उसमें भी हमारे 8 जने ये हैं। एक OST सेंटर जहाँ पे नशा छुड़ाने वाली दवाई मिलती है उससे तो भी 6 जने हैगे ने, तो 2 जने ब्लड बैंक तो टोटल मिला के 20 इंप्लाइज ये स्ट्राइक ते गए ने। तो इन्होंने बुला के पूछा सीगा इन्हों दी की मंगां ने, तो इन्हों के कहने के मुताबिक जिमें NHM के अधीन काम करने वाले मुलाजमां नूं सरकार ने 12% इंक्रीमेंट ਵਧਾ के तनख्वाहां दित्तियां ने, तो इस करके फिर ये भी मंगन लग गए ने। ये भी कह रहे हैं सानू उस तरह ही 12% फालतू इंक्रीमेंट कोविड के करके दिता जाए। तो 5-5 लाख रुपये का बीमा, जे कोई कोविड की ड्यूटी से काम करने वाले बंदे की मौत हो जाती है ड्यूटी दौरान, तो उन्होंने 5 लाख रुपये का बीमा भी दिता जाए, जिमें कि बाकी जनिया नहीं 50 लाख का सच किया सरकार ने, 50 लाख का बीमा ये भी मंग रहे हैं। तो नाल ही इन्हों की डिमांड है, ये कच्चे चल रहे हैं कि सानू पक्के किया जाए। तो जिमें इन्हों की एसोसीएशन ने किया सारे पंजाब के स्ट्राइक हैगी है, यही इन्हों दी 3 मंगां ने।